ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਪਹਿਲਾਂ ਇਸ ਤੋਂ ਅਕਾਊਂਟਿੰਗ ਕਨਸੈਪਟਸ ਕੀਤੇ ਸੀ ਤੇ ਅੱਜ ਆਪਾਂ ਅਕਾਊਂਟਿੰਗ ਕਨਵੈਨਸ਼ਨਸ ਕਰਾਂਗੇ। ਅਕਾਊਂਟਿੰਗ ਕਨਵੈਨਸ਼ਨਸ ਦੇ ਵਿੱਚ ਦੇਖੋਗੇ ਅਕਾਊਂਟਿੰਗ ਕਨਵੈਨਸ਼ਨਸ ਦੇ ਵਿੱਚ ਉਹ ਕੀ ਕਹਿ ਰਿਹਾ ਵਾ ਕਿ ਅਕਾਊਂਟਿੰਗ ਕਨਵੈਨਸ਼ਨਸ ਕੀ ਹੁੰਦੀਆਂ ਵਾ। ਦ ਟਰਮ ਕਨਵੈਨਸ਼ਨ ਮੀਨਸ ਐਨ ਐਸਟੈਬਲਿਸ਼ ਯੂਜ਼ੇਜ ਕਿ ਯੂਜ਼ੇਜ ਦਾ ਮਤਲਬ ਕਿ ਉਹ ਵਾਲੀ ਚੀਜ਼ ਜਿਹੜੀ ਯੂਜ਼ ਆਉਂਦੀ ਹੈ ਅਕਾਊਂਟਸ ਦੇ ਵਿੱਚ। ਕਨਵੈਨਸ਼ਨਸ ਦਾ ਮਤਲਬ ਇਹ ਆ ਕਿ ਜਿਹੜੀ ਹਰ ਵਕਤ ਯੂਜ਼ ਹੁੰਦੀ ਹੈ। ਠੀਕ ਹੈ, ਕਹਿੰਦੇ ਆ ਕਨਵੈਨਸ਼ਨਸ ਆਰ ਬੇਸਡ ਔਨ ਕਸਟਮਸ ਐਂਡ ਪ੍ਰੈਕਟੀਕੈਬਿਲਿਟੀ ਵਿਚ ਮੇ ਹੈਵ ਸਮ ਲੌਜਿਕ ਬਿਹਾਈਂਡ ਇਟਸ ਯੂਜ਼ਸ। ਕਹਿੰਦੇ ਆ ਕਿ ਇਹਦਾ ਕਨਵੈਨਸ਼ਨਸ ਦਾ ਮਤਲਬ ਇਹ ਆ ਕਿ ਕਸਟਮ ਪੁਰਾਣੀਆਂ ਰੀਤਾਂ ਰਿਵਾਜ ਚੱਲੇ ਆਉਂਦੇ ਆ ਅਤੇ ਜਿਨ੍ਹਾਂ ਦਾ ਰੀਤ ਰਿਵਾਜ ਉਹ ਜਿਹੜੇ ਜਿਨ੍ਹਾਂ ਦਾ ਹਾਲੇ ਤੱਕ ਪ੍ਰੈਕਟੀਕਲ ਲਾਈਫ 'ਚ ਯੂਜ਼ੇਜ ਹੈਗਾ ਵਾ ਅਤੇ ਜਿਨ੍ਹਾਂ ਨੂੰ ਆਪਾਂ ਕੋਈ ਲੌਜਿਕ ਦੇ ਨਾਲ ਯੂਜ਼ ਕਰਦੇ ਹਾਂ। ਕਿ ਲੌਜਿਕ ਕੀ ਆ ਕਿ ਇਹਦਾ ਕੋਈ ਨਾ ਕੋਈ ਰੀਜ਼ਨ ਆ ਤਾਂ ਕਰਕੇ ਉਹ ਚੀਜ਼ ਨੂੰ ਯੂਜ਼ ਕਰਦੇ ਹਾਂ। ਦ ਰਾਈਟਿੰਗ ਆਫ ਦ ਵਰਡ ਟੂ ਐਂਡ ਬਾਏ ਅਲੋਂਗ ਵਿਦ ਦ ਨੇਮਸ ਆਫ ਪਰਸਨ properties or expenses and incomes respectively on the debit and credit side of the account is a convention followed by UK, India and other countries but not in USA। ਬੱਚੇ ਜਦੋਂ ਤੁਸੀਂ ਨਾ ਥਰਡ ਚੈਪਟਰ ਆਪਾਂ ਸ਼ੁਰੂ ਕਰਾਂਗੇ ਨਾ ਥਰਡ ਜਾਂ ਫੋਰਥ, ਉਹਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ ਕਿ ਜਦੋਂ ਆਪਾਂ ਸੈਕਿੰਡ ਲਾਈਨ ਲਿਖੀ ਦੀ, ਫਸਟ ਲਾਈਨ ਜਦੋਂ ਆਪਾਂ ਦੋ ਲਾਈਨਸ ਲਿਖੀ ਦੀਆਂ ਜਰਨਲ ਦੇ ਵਿੱਚ, ਜਿਹੜੀ ਫਸਟ ਲਾਈਨ ਹੁੰਦੀ ਉੱਥੇ ਆਪਾਂ ਹਮੇਸ਼ਾ ਬਾਈ ਲਿਖੀ ਦਾ ਐਂਡ ਜਿਹੜੀ ਸੈਕਿੰਡ ਲਾਈਨ ਹੁੰਦੀ ਉੱਥੇ ਹਮੇਸ਼ਾ ਟੂ ਲਿਖੀ ਦਾ। ਕਹਿੰਦਾ ਇਹ ਉਹ ਵਾਲੀ ਰੀਤ ਆ ਟੂ ਅਤੇ ਬਾਈ ਲਿਖਣ ਦੀ ਜਿਹੜੀ ਕਿ ਇੰਡੀਆ ਯੂਜ਼ ਕਰਨ ਦਿਆ ਵਾ ਅਤੇ UK ਯੂਜ਼ ਕਰਨ ਦਿਆ ਵਾ ਅਤੇ ਥੋੜ੍ਹੀਆਂ ਬਹੁਤੀਆਂ ਹੋਰ ਕੰਟਰੀਜ਼ ਯੂਜ਼ ਕਰਨ ਦੀਆਂ ਕਿ ਪੁਰਾਣੇ ਰਿਵਾਜ਼ਾਂ ਤੋਂ ਚੱਲੀਆਂ ਆਉਂਦੀਆਂ ਬਟ ਜ਼ਿਆਦਾ USA ਚੀਜ਼ ਨੂੰ ਯੂਜ਼ ਨਹੀਂ ਕਰਦਾ। ਦੈਟ ਮੀਨਸ ਇਹ ਕਨਵੈਨਸ਼ਨ ਆ। ਕਨਵੈਨਸ਼ਨ ਦਾ ਮਤਲਬ ਕਿ ਜਿਹੜੀ ਪੁਰਾਣੀ ਰੀਤ ਤੁਰੀ ਆਉਂਦੀ ਆ। ਠੀਕ ਆ ਨਾ, ਕਨਵੈਨਸ਼ਨਸ ਦਾ ਉਹਨੇ ਇਹੀ ਗੱਲ ਕਹੀ ਆ ਕਿ ਕੋਈ ਰੀਤ ਜਿਹੜੀ ਪੁਰਾਣੀ ਤੁਰੀ ਆਉਂਦੀ ਹੈ ਤਾਂ ਬਟ ਉਹਦੀ ਕੋਈ ਪ੍ਰੈਕਟੀਕਲ ਦੇ ਵਿੱਚ ਯੂਜ਼ ਹੁੰਦੀ ਆ ਐਂਡ ਜਦੋਂ ਆਪਾਂ ਨੂੰ ਯੂਜ਼ ਕਰਦੇ ਹੋ ਤਾਂ ਕੋਈ ਨਾ ਕੋਈ ਰੀਜ਼ਨ ਹੁੰਦਾ। ਠੀਕ ਆ ਜੀ, ਹੁਣ ਪਹਿਲੀ ਇਹਦੇ ਵਿੱਚ ਕਨਵੈਨਸ਼ਨ ਕੀ ਆ? ਫੁੱਲ ਡਿਸਕਲੋਜ਼ਰ। ਓਬਵੀਅਸਲੀ ਫੁੱਲ ਡਿਸਕਲੋਜ਼ਰ ਦਾ ਤੁਹਾਨੂੰ ਸਿੱਧਾ ਜਿਹਾ ਸਮਝ ਆਉਂਦਾ। ਫੁੱਲ ਡਿਸਕਲੋਜ਼ਰ ਦਾ ਮਤਲਬ ਕੀ ਹੁੰਦਾ ਕਿ ਹਰ ਇੱਕ ਇਨਫੋਰਮੇਸ਼ਨ ਸਹੀ ਦੇਣੀ। ਫੁੱਲ ਮਤਲਬ ਸਾਰੀ ਦੇਣੀ। ਠੀਕ ਆ, ਕਿ ਤੁਸੀਂ ਇਹ ਨਹੀਂ ਆ ਕਿ ਅਕਾਊਂਟਸ ਦੇ ਵਿੱਚ ਕੋਈ ਨਾ ਕੋਈ ਚੀਜ਼ ਲੁਕਾ ਲਓ। ਜੇ ਤੁਸੀਂ ਲੁਕਾ ਰੱਖੋਗੇ ਦੈਟ ਮੀਨਸ ਕਿ ਜਿੱਦਾਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਕਹਿੰਦਾ ਨਾ ਸਾਰਾ ਕੁਝ ਮੈਨੂੰ ਦੱਸੋ ਤੁਹਾਨੂੰ ਕੀ ਪ੍ਰੋਬਲਮ ਆ, ਅਤੇ ਜੇ ਆਪਾਂ ਡਾਕਟਰ ਕੋਲ ਲੁਕਾ ਰੱਖਾਂਗੇ ਤਾਂ ਡਾਕਟਰ ਆਪਾਂ ਨੂੰ ਸਹੀ ਦਵਾਈ ਨਹੀਂ ਦੇਵੇਗਾ। ਇੱਦਾਂ ਹੀ ਜੇ ਆਪਾਂ ਅਕਾਊਂਟਸ ਦੇ ਵਿੱਚ ਲੁਕਾ ਰੱਖਾਂਗੇ ਤਾਂ ਆਪਣੇ ਅਕਾਊਂਟਸ ਸਹੀ ਨਹੀਂ ਬਣਨਗੇ। ਠੀਕ ਹੈ, ਇਹਦੇ ਵਿੱਚ ਵੇਖੋ ਦ ਫਾਈਨੈਂਸ਼ੀਅਲ ਸਟੇਟਮੈਂਟ ਸ਼ੁੱਡ ਐਕਟ ਐਜ਼ ਅ ਮੀਨਸ ਆਫ ਕਨਵੇਇੰਗ ਐਂਡ ਨਾਟ ਕੰਸੀਲਿੰਗ। ਕਹਿੰਦਾ ਵਾ ਕਿ ਇਹਦੇ ਵਿੱਚ ਕਹਿੰਦਾ ਵਾ ਕਿ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਨਾ ਕਿਹੜੀਆਂ ਚੀਜ਼ਾਂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀ ਆ। ਜਿੱਦਾਂ ਆਪਾਂ ਕਹਿ ਦਈਏ ਬੈਲੈਂਸ ਸ਼ੀਟ ਐਂਡ ਪ੍ਰੋਫਿਟ ਐਂਡ ਲੋਸ। ਕਹਿੰਦਾ ਕਿ ਉਹਦੇ ਵਿੱਚ ਫੁੱਲ ਡਿਸਕਲੋਜ਼ਰ ਦਾ ਮਤਲਬ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟ ਹਮੇਸ਼ਾ ਕੀ ਆ ਕੋਈ ਨਾ ਕੋਈ ਚੀਜ਼ ਕਨਵੇ ਕਰਦੀ ਹੋਣੀ ਚਾਹੀਦੀ। ਕਨਵੇ ਦਾ ਮਤਲਬ ਕਿ ਜਾਂ ਤੁਹਾਨੂੰ ਦੱਸੇ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ ਜਾਂ ਤੁਹਾਡੀ ਪੋਜੀਸ਼ਨ ਕਿੰਨੀ। ਐਂਡ ਨਾਟ ਕੰਸੀਲਿੰਗ ਦਾ ਮਤਲਬ ਕਿ ਲੁਕਾ ਨਾ ਰੱਖੇ ਕੋਈ ਚੀਜ਼ ਦਾ। ਠੀਕ ਆ, ਦੱਸੇ ਕਨਵੇ ਕਰੇ ਵੀ ਆਹ ਚੀਜ਼ 'ਚ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ ਕਿਉਂ ਹੋਇਆ। ਅਤੇ ਕੰਸੀਲਿੰਗ ਦਾ ਨਾਟ ਕੰਸੀਲਿੰਗ ਦਾ ਮਤਲਬ ਹੈ ਕਿ ਲੁਕਾ ਨਾ ਰੱਖੇ। ਠੀਕ ਹੈ ਜੀ, the financial statement must disclose all the material relevant and reliable information which may be beneficial to shareholders, creditors, bankers etc। ਕਹਿੰਦਾ ਕਿ ਜਿਹੜਾ ਫਾਈਨੈਂਸ਼ੀਅਲ ਸਟੇਟਮੈਂਟ ਆ ਪ੍ਰੋਫਿਟ ਐਂਡ ਲੋਸ ਹੋ ਗਈ, ਬੈਲੈਂਸ ਸ਼ੀਟ ਹੋ ਗਈ, ਉਹ ਮਟੀਰੀਅਲ ਮਤਲਬ ਜਿਹੜੀ ਸਾਰੀ ਇਨਫੋਰਮੇਸ਼ਨ ਡਿਸਕਲੋਜ਼ ਕਰਨੀ ਚਾਹੀਦੀ। ਹਰ ਇੱਕ ਇਨਫੋਰਮੇਸ਼ਨ, ਮਟੀਰੀਅਲ ਦਾ ਮਤਲਬ ਜਿਹੜੀ ਇਨਫੋਰਮੇਸ਼ਨ ਦੀ ਲੋੜ ਆ ਉਹ ਹਮੇਸ਼ਾ ਡਿਸਕਲੋਜ਼ ਕਰਨੀ ਚਾਹੀਦੀ ਆ। ਰੈਲੇਵੈਂਟ ਮਤਲਬ ਸਹੀ, ਰਿਲਾਇਬਲ ਵੀ ਉਹੀ ਗੱਲ ਹੋ ਗਈ ਹੈ ਨਾ। ਰੈਲੇਵੈਂਟ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਉਹ ਦੇਣੀ ਚਾਹੀਦੀ ਆ। ਇਹਦੇ ਵਿੱਚ ਵੀ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਹਰ ਇੱਕ ਚੀਜ਼ ਅਕਾਊਂਟਸ ਦੇ ਵਿੱਚ ਜਿਹੜੀ ਚੀਜ਼ ਦੀ ਜ਼ਰੂਰਤ ਹਰ ਇੱਕ ਚੀਜ਼ ਕੀ ਕਰਨੀ ਚਾਹੀਦੀ ਹੈ? ਡਿਸਕਲੋਜ਼ ਕਰਨੀ ਚਾਹੀਦੀ ਆ। ਠੀਕ ਹੈ ਜੀ, it is necessary that the information is accounted for and presented in accordance with its substance and economic reliability and not merely with its legal form। If some material information is not shown in the balance sheet, the practice of appending notes has developed as a result of the principle of full disclosure। ਕਹਿੰਦੇ ਕਿ ਕਿਸੇ ਟਾਈਮ ਇਹ ਹੁੰਦਾ ਵਾ ਕਿ ਤੁਹਾਨੂੰ ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਉਹਦੇ ਕੋਲ ਤੁਹਾਡੇ ਜਿੱਦਾਂ ਦੇਖੋ ਹੁਣ ਅਕਾਊਂਟਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪ੍ਰੂਫਸ ਦੀ ਲੋੜ ਪੈਂਦੀ ਆ। ਅਤੇ ਜੇ ਤੁਹਾਡੇ ਕੋਲ ਪ੍ਰੂਫ ਹੀ ਨਹੀਂ ਹੈਗਾ ਉਹ ਚੀਜ਼ ਦਾ ਤੁਸੀਂ ਬਟ ਉਹਨੂੰ ਬੈਲੈਂਸ ਸ਼ੀਟ 'ਚ ਲਿਖਿਆ ਹੋਇਆ ਵਾ ਜਾਂ ਪ੍ਰੋਫਿਟ ਐਂਡ ਲੋਸ 'ਚ ਲਿਖਿਆ ਹੋਇਆ ਤੁਸੀਂ 10,000 ਦਾ ਸਮਾਨ ਬਾਈ ਕੀਤਾ ਬਟ ਤੁਹਾਡੇ ਕੋਲ ਉਹਦੀ ਪਰਚੀ ਗੁੰਮ ਹੋ ਗਈ ਉਹ ਚੀਜ਼ ਲਿਖਣ ਦਾ ਕੋਈ ਫਾਇਦਾ ਨਹੀਂ ਆ। ਸਮਝ ਆਦੀ। ਬਟ ਕਹਿੰਦੇ ਆ ਕਿ ਜੇ ਤੁਸੀਂ ਨਹੀਂ ਲਿਖੋਗੇ ਤਾਂ ਤੁਹਾਡਾ ਅਕਾਊਂਟਸ ਕੀ ਬਣਨਗੇ? ਗਲਤ ਬਣਨਗੇ। ਸੋ ਇਹਦਾ ਕਰਕੇ ਉਹ ਕੀ ਕਹਿ ਰਿਹਾ ਵਾ ਕਿ ਤੁਸੀਂ ਜੇ ਉਹ ਚੀਜ਼ ਲਿਖਣੀ ਆ ਲਿਖੋਗੇ ਤਾਂ ਜ਼ਰੂਰ, ਕਿਉਂਕਿ ਨਹੀਂ ਤਾਂ ਤੁਹਾਡੇ ਅਕਾਊਂਟਸ ਕਿਉਂਕਿ ਫੁੱਲ ਡਿਸਕਲੋਜ਼ਰ ਦਾ ਮਤਲਬ ਹਰ ਇੱਕ ਇਨਫੋਰਮੇਸ਼ਨ ਲਿਖੋਗੇ ਅਤੇ ਐਂਡ ਦੇ ਵਿੱਚ ਤੁਸੀਂ ਉਹਦੇ ਉੱਤੇ ਨੋਟ ਲਿਖ ਦੋਗੇ ਕਿ ਆਹ ਚੀਜ਼ ਮੇਰੇ ਕੋਲ ਇੱਦਾਂ ਹੋ ਗਈ ਸੀ। ਠੀਕ ਹੈ ਜੀ,
Disclosure of material facts does not mean leaking out the business secrets but disclosing all the relevant information from the use of creditors and investors। ਕਹਿੰਦਾ ਕਿ disclosure of full information ਦਾ ਮਤਲਬ ਇਹ ਆ ਕਿ ਇਹ ਮਤਲਬ ਨਹੀਂ ਹੈ ਕਿ ਤੁਸੀਂ ਜਿਹੜੇ ਤੁਹਾਡੇ ਸੀਕਰਟ ਹੁੰਦੇ ਨਾ ਕੋਈ ਬਿਜ਼ਨਸ ਦੇ ਕਿ ਜਿਹਦਾ ਕਰਕੇ ਬਿਜ਼ਨਸ ਵੱਧ ਪ੍ਰੋਫਿਟ ਕਮਾਉਂਦਾ, ਕਹਿੰਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੀਕਰਟ ਆਪਣੇ ਲੀਕ ਕਰ ਦਿਓ। ਸੀਕਰਟ ਨਹੀਂ ਲੀਕ ਕਰਨੇ, ਜਿਹੜੀ ਚੀਜ਼ ਦੀ ਜ਼ਰੂਰਤ ਉਹ ਚੀਜ਼ ਲੀਕ ਕਰਨੀ ਹੈ। ਲੀਕ ਕਰਨ ਦਾ ਮਤਲਬ ਇਹ ਹੁੰਦਾ ਨਾ, ਜਿੱਦਾਂ ਵੇਖੋ ਹੁਣ ਅਕਾਊਂਟਸ ਕਿਹੜੀ ਚੀਜ਼ ਦੇ ਨਾਲ ਸਹੀ ਬਣਨੇ, ਜਦੋਂ ਤੁਸੀਂ ਹਰ ਇੱਕ ਇਨਫੋਰਮੇਸ਼ਨ ਲਿਖੋਗੇ, ਹਰ ਇੱਕ ਇਨਫੋਰਮੇਸ਼ਨ ਮਤਲਬ ਕਿੰਨਾ ਮਾਲ ਕਿੱਥੋਂ ਲਿਆ, ਕਿੰਨੇ ਦਾ ਲਿਆ, ਕਿੰਨਾ ਸੇਲ ਕੀਤਾ, ਇਹੀ ਹੈ ਨਾ। ਬਟ ਇਹ ਥੋੜ੍ਹੀ ਤੁਸੀਂ ਜੇ ਤੁਹਾਨੂੰ ਕਿਤੋਂ ਘੱਟ 'ਤੇ ਮਾਲ ਮਿਲਣ ਦਿਆ ਵਾ ਤਾਂ ਤੁਸੀਂ ਇਹ ਵੀ ਦੱਸੋ ਮੈਨੂੰ ਘੱਟ 'ਤੇ ਕਿਤੋਂ ਮਿਲਣ ਦਿਆ, ਇਹਦਾ ਤਾਂ ਮਤਲਬ ਇਹ ਤੁਹਾਡਾ ਸੀਕਰਟ ਹੈ ਕਿ ਘੱਟ 'ਤੇ ਮਿਲਣ ਦਿਆ, ਤੁਹਾਨੂੰ ਤਾਂ ਕਰਕੇ ਪ੍ਰੋਫਿਟ ਹੁੰਦਾ। ਜੇ ਤੁਸੀਂ ਹਰ ਇੱਕ ਨੂੰ ਦੱਸੀ ਜਾਓਗੇ ਮੈਨੂੰ ਘੱਟ 'ਤੇ ਮਾਲ ਇੱਥੋਂ ਮਿਲਿਆ, ਤਾਂ ਹਰ ਇੱਕ ਕੰਪਨੀ ਉਹਦੇ ਕੋਲ ਜਾਊਗੀ ਅਤੇ ਹਰ ਇੱਕ ਕੰਪਨੀ ਨੂੰ ਪ੍ਰੋਫਿਟ ਹੋਊਗਾ। ਬਟ ਆਪਾਂ ਆਪਣਾ ਸੋਚਣਾ, ਅਕਾਊਂਟਸ ਬਿਜ਼ਨਸ ਆ, ਬਿਜ਼ਨਸ ਦੇ ਵਿੱਚ ਹਰ ਕੋਈ ਕਿਹਦਾ ਸੋਚਦਾ, ਆਪਣਾ ਸੋਚਦਾ, ਕੋਈ ਕਿਸੇ ਦਾ ਨਹੀਂ ਸੋਚਦਾ। ਠੀਕ ਹੈ, ਕਹਿੰਦਾ ਕਿ ਫੁੱਲ ਡਿਸਕਲੋਜ਼ਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਸੀਕਰਟ ਰਿਵੀਲ ਕਰੋ, ਬਟ ਫੁੱਲ ਡਿਸਕਲੋਜ਼ਰ ਦਾ ਮਤਲਬ ਇਹ ਆ ਕਿ ਤੁਸੀਂ ਕੀ ਕਰਨਾ ਵਾ ਕਿ ਜਿਹੜੀਆਂ ਇਨਫੋਰਮੇਸ਼ਨ ਜ਼ਰੂਰੀ ਆ ਸਿਰਫ ਉਹੀ ਦੇਣੀ ਆ ਕਿ ਕਿੰਨੇ ਦਾ ਮਾਲ ਤੁਸੀਂ ਖਰੀਦਿਆ ਐਂਡ ਕਿੰਨੇ ਦਾ ਵੇਚਿਆ। ਇਟ ਬਿਲਡਸ ਦ ਕੌਨਫੀਡੈਂਸ ਐਂਡ ਫੇਥ ਅਮੰਗ ਦੈਮ। ਅਤੇ ਕਹਿੰਦਾ ਵਾ ਕਿ ਜਦੋਂ ਤੁਸੀਂ ਕ੍ਰੈਡੀਟਰਸ ਨੂੰ ਅਤੇ ਇਨਵੈਸਟਰਸ ਨੂੰ ਸਾਰਾ ਕੁਝ ਦੱਸਦੇ ਤੁਸੀਂ ਕਿੱਥੋਂ ਵੀ ਕੀ ਕੀਤਾ ਹੈ, ਕਿ ਕਿੰਨੇ ਦਾ ਤੁਹਾਨੂੰ ਪ੍ਰੋਫਿਟ ਹੋਇਆ, ਕਿੰਨੇ ਦਾ ਲੋਸ ਹੋਇਆ, ਤਾਂ ਉਹਨਾਂ ਦੇ ਵਿੱਚ ਇਨਵੈਸਟਰਸ ਦੇ ਵਿੱਚ ਓਬਵੀਅਸਲੀ ਕੀ ਆਉਂਦਾ ਵਾ ਕਿ ਇੱਕ ਫੇਥ ਆ ਜਾਂਦਾ ਕਿ ਹਾਂ ਇਹ ਬੰਦਾ ਸਹੀ ਆ। ਠੀਕ ਆ, ਅਰਲੀਅਰ ਦ ਡਿਸਕਲੋਜ਼ਰ ਆਫ ਯੂਜ਼ਫੁਲ ਇਨਫੋਰਮੇਸ਼ਨ ਵਿਦ ਦ ਯੂਜ਼ਰਸ ਵਾਸ ਰਿਲੈਂਟਲੀ ਬਟ ਨਾਓ ਦ ਅਨਾਊਂਸਮੈਂਟ ਆਫ ਲਾਅ ਆਫ ਰਾਈਟ ਟੂ ਇਨਫੋਰਮੇਸ਼ਨ ਹੈਜ਼ ਅਨਰੋਲ ਦ ਬਾਲ ਇਨ ਦ ਕੋਰਟ ਆਫ ਕ੍ਰੈਡੀਟਰਸ ਐਂਡ ਇਨਵੈਸਟਰਸ। ਕਹਿੰਦਾ ਕਿ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਆਪਾਂ ਦਿੰਦੇ ਨਹੀਂ, ਬਟ ਹੁਣ ਕੀ ਆ ਕਿ ਆਪਾਂ ਨੂੰ ਪਹਿਲਾਂ ਇਨਫੋਰਮੇਸ਼ਨ ਪ੍ਰੋਫਿਟ ਐਂਡ ਲੋਸ ਵੀ ਨਹੀਂ ਦੱਸਦੀਆਂ ਹੁੰਦੀਆਂ ਕੰਪਨੀਜ਼ ਨਾਲ, ਬੈਲੈਂਸ ਸ਼ੀਟ ਦਾ ਦੱਸਦੇ ਹੁੰਦੀਆਂ ਸੀ ਕਹਿੰਦੇ। ਬਟ ਹੁਣ ਜਿਹੜਾ ਕੋਰਟ ਨੇ ਲਾਅ ਕੱਢ ਦਿੱਤਾ ਵਾ ਕਿ ਉਹਦੇ ਵਿੱਚ ਕਿਹੜਾ ਲਾਅ ਵਾ, ਰਾਈਟ ਟੂ ਇਨਫੋਰਮੇਸ਼ਨ, ਕਿ ਤੁਹਾਨੂੰ ਕ੍ਰੈਡੀਟਰਸ ਨੂੰ ਇਹ ਦੱਸਣਾ ਪਊਗਾ ਕਿ ਤੁਹਾਨੂੰ ਕੰਪਨੀ ਨੂੰ ਕਿੰਨਾ ਪ੍ਰੋਫਿਟ ਹੋਇਆ, ਤਾਂ ਹੀ ਕ੍ਰੈਡੀਟਰਸ ਤੁਹਾਨੂੰ ਅਗਲੀ ਵਾਰੀ ਉਧਾਰ ਦੇਣਗੇ। ਜੇ ਤੁਸੀਂ ਲਾਸ 'ਚ ਜਾਣਦੇ ਹੋ ਤਾਂ ਕ੍ਰੈਡੀਟਰ ਤੁਹਾਨੂੰ ਉਧਾਰ ਨਹੀਂ ਦੇਊਗਾ। ਤੁਹਾਨੂੰ ਪਤਾ ਨਾ ਕ੍ਰੈਡੀਟਰ ਕੌਣ ਹੁੰਦਾ? ਕ੍ਰੈਡੀਟਰ ਉਹ ਹੁੰਦਾ ਜਿਹੜੇ ਬੰਦੇ ਨੇ ਤੁਹਾਨੂੰ ਉਧਾਰ 'ਤੇ ਮਾਲ ਦਿੱਤਾ। ਠੀਕ ਆ, ਇਨਵੈਸਟਰਸ ਉਹ ਹੁੰਦੇ ਜਿਨ੍ਹਾਂ ਨੇ ਤੁਹਾਡੀ ਕੰਪਨੀ 'ਚ ਪੈਸਾ ਇਨਵੈਸਟ ਕੀਤਾ। ਅਤੇ ਜੇ ਤੁਹਾਡੀ ਕੰਪਨੀ ਲੋਸ 'ਚ ਜਾਂਦੀ ਆ ਤਾਂ ਫਿਰ ਉਹ ਕਦੀ ਵੀ ਤੁਹਾਨੂੰ ਕੀ ਕਰਨਗੇ, ਤੁਹਾਨੂੰ ਕਦੀ ਵੀ ਪੈਸਾ ਵੀ ਜੇ ਤੁਹਾਡੀ ਕੰਪਨੀ ਲੋਸ 'ਚ ਜਾਂਦੀ ਤਾਂ ਤੁਹਾਡੀ ਕੰਪਨੀ 'ਚ ਕਦੀ ਪੈਸਾ ਨਹੀਂ ਲਾਉਣਗੇ। ਠੀਕ ਹੈ, ਸੋ ਕਹਿੰਦੇ ਕਿ ਰਾਈਟ ਟੂ ਇਨਫੋਰਮੇਸ਼ਨ ਦੇ ਅਕੋਰਡਿੰਗ ਕੋਰਟ ਨੇ ਕਹਿਤਾ ਵਾ ਕਿ ਕ੍ਰੈਡੀਟਰਸ ਅਤੇ ਇਨਵੈਸਟਰਸ ਨੂੰ ਪਤਾ ਹੋਣਾ ਚਾਹੀਦਾ ਕਿ ਕੰਪਨੀ ਕਿੰਨਾ ਪ੍ਰੋਫਿਟ ਕਮਾਉਂਦੀ ਅਤੇ ਕਿੰਨਾ ਲੋਸ। ਠੀਕ ਹੈ ਜੀ, ਨੈਕਸਟ ਵਨ ਇਜ਼ ਦੈਟ ਪ੍ਰੂਡੈਂਸ ਔਰ ਕੰਜ਼ਰਵੇਟਿਜ਼ਮ। ਠੀਕ ਹੈ, ਪ੍ਰੂਡੈਂਸ ਔਰ ਕੰਜ਼ਰਵੇਟਿਜ਼ਮ ਦੇ ਵਿੱਚ ਵੇਖੋ, ਬਿਜ਼ਨਸ ਇਜ਼ ਪ੍ਰੋਨ ਟੂ ਰਿਸਕ ਐਂਡ ਅਨਸਰਟਨਟੀਜ਼। ਕਹਿੰਦੇ ਕਿ ਬਿਜ਼ਨਸ ਦੇ ਵਿੱਚ ਹਮੇਸ਼ਾ ਰਿਸਕ ਹੁੰਦਾ, ਕਿਉਂਕਿ ਓਬਵੀਅਸਲੀ ਇਹ ਨਹੀਂ ਪਤਾ ਹੁੰਦਾ, ਜਿੱਦਾਂ GST ਲੱਗ ਗਈ ਸੀ ਜਾਂ ਹੁਣ ਲੋਕਡਾਊਨ ਹੋ ਗਿਆ, ਦੈਟ ਮੀਨਸ ਰਿਸਕ ਆ, ਹੈ ਨਾ। ਬਿਜ਼ਨਸ ਨੂੰ ਕੀ ਹੋ ਗਿਆ, ਰਿਸਕ ਹੋ ਗਿਆ। ਅਨਸਰਟਨਟੀ ਦਾ ਮਤਲਬ ਹੁੰਦਾ ਕਿ ਕਿਹੜੇ ਵੇਲੇ ਕੀ ਹੋ ਜਾਣਾ ਇਹ ਨਹੀਂ ਪਤਾ ਹੁੰਦਾ। ਠੀਕ ਹੈ, ਨੋ ਵਨ ਕੈਨ ਗੈਸ ਫਿਊਚਰ। ਕਹਿੰਦਾ ਕੋਈ ਵੀ ਗੈਸ ਨਹੀਂ ਕਰ ਸਕਦਾ ਕਿ ਫਿਊਚਰ ਦੇ ਵਿੱਚ ਕੀ ਹੋ ਸਕਦਾ। ਬਿਜ਼ਨਸ ਹੈਪਨਿੰਗ ਵਿਦ ਪਰਫੈਕਟ ਸਰਟਨਟੀ। ਪ੍ਰੂਡੈਂਸ ਐਂਡ ਫਾਈਨੈਂਸ਼ੀਅਲ ਸਟੇਟਮੈਂਟਸ ਰਿਕੁਆਇਰ ਐਂਟੀਸਪੇਟ ਨੋ ਪ੍ਰੋਫਿਟ ਬਟ ਪ੍ਰੋਵਾਈਡ ਫॉर ਆਲ ਲੌਸਿਸ। ਕਹਿੰਦਾ ਪ੍ਰੂਡੈਂਸ ਦਾ ਮਤਲਬ ਇਹ ਆ ਕਿ ਕਦੀ ਵੀ ਇਹ ਨਾ ਸੋਚੋ ਕਿ ਸਾਨੂੰ ਪ੍ਰੋਫਿਟ ਹੋਊਗਾ, ਹਮੇਸ਼ਾ ਤਿਆਰ ਰਹੋ ਕਿ ਸਾਨੂੰ ਕੀ ਹੋਊਗਾ, ਲੋਸ ਹੋਊਗਾ। ਆਪਣੇ ਵੱਲੋਂ ਐਫਰਟ ਕਰੋਗੇ ਤੁਹਾਨੂੰ ਪ੍ਰੋਫਿਟ ਹੋਵੇ, ਬਟ ਕਦੀ ਉਮੀਦ ਨਾ ਰੱਖੋਗੇ ਤੁਹਾਨੂੰ ਪ੍ਰੋਫਿਟ ਹੋਊਗਾ। ਗੱਲ ਸਮਝ ਆਈ ਹੈ? ਹਮੇਸ਼ਾ ਕਿਹਦੇ ਲਈ ਤਿਆਰ ਰਹੋ, ਲੋਸਿਸ ਦੇ ਲਈ ਤਿਆਰ ਰਹੋ। ਲੋਸ ਤੁਸੀਂ ਇਹ ਹਮੇਸ਼ਾ ਇਹ ਸੋਚ ਕੇ ਚੱਲਣਾ ਕਿ ਜੇ ਮੈਂ ਆਹ ਬਿਜ਼ਨਸ ਸ਼ੁਰੂ ਕੀਤਾ, ਜੇ ਮੈਨੂੰ ਲੋਸ ਹੋ ਗਿਆ ਮੈਂ ਕੀ ਕਰੂੰਗਾ, ਮੈਂ ਪੈਸਾ ਕਿੱਦਾਂ ਅਰੇਂਜ ਕੀਤਾ, ਮੈਂ ਕਿੱਦਾਂ ਪੈਸਾ ਵਾਪਸ ਕਰੂੰਗਾ। ਕਹਿੰਦਾ ਕਿ ਬਿਜ਼ਨਸ ਉਹੀ ਸਕਸੈਸਫੁਲ ਆ ਜਿਹੜਾ ਪ੍ਰੂਡੈਂਸ ਦੇ ਅਕੋਰਡਿੰਗ ਚੱਲਦਾ। ਪ੍ਰੂਡੈਂਸ ਮਤਲਬ ਕਿ ਇਹ ਨਹੀਂ ਸੋਚਦਾ ਕਿ ਪ੍ਰੋਫਿਟ ਹੋਊਗਾ, ਪਹਿਲਾਂ ਇਹੋ ਸੋਚ ਕੇ ਰੱਖਦਾ ਵਾ ਕਿ ਮੈਨੂੰ ਲੋਸ ਹੋਊਗਾ। ਕਿਉਂ ਬੱਚੇ ਦੇਖੋ, ਜੇ ਤਾਂ ਤੁਸੀਂ ਉਹ ਚੀਜ਼ ਲਈ ਲੋਸ ਲਈ ਰੈਡੀ ਜੋ ਤਾਂ ਤੁਸੀਂ ਉਹ ਲੋਸ ਕਵਰ ਅਪ ਕਰ ਲਓਗੇ, ਅਤੇ ਬਟ ਜੇ ਤੁਹਾਨੂੰ ਪ੍ਰੋਫਿਟ ਹੋ ਵੀ ਗਿਆ ਤਾਂ ਪ੍ਰੋਫਿਟ ਤਾਂ ਵਧੀਆ ਗੱਲ ਆ, ਹੋ ਗਿਆ ਤਾਂ ਵੈਲ ਐਂਡ ਗੁੱਡ। ਬਟ ਤੁਸੀਂ ਹਮੇਸ਼ਾ ਕਿਹੜੀ ਚੀਜ਼ ਲਈ ਤਿਆਰ ਰਹੋ, ਮਾੜੀ ਚੀਜ਼ ਲਈ ਤਿਆਰ ਰਹੋ। ਮਾੜੀ ਚੀਜ਼ ਕੀ ਆ, ਲੋਸ ਲਈ, ਹੈ ਨਾ। ਲੋਸ ਲਈ ਤੁਹਾਡੇ ਕੋਲ ਪਹਿਲਾਂ ਹੀ ਰੂਲਸ ਬਣੇ ਹੋਣੇ ਚਾਹੀਦੇ ਕਿ ਜੇ ਆਹ ਚੀਜ਼ ਹੋ ਗਈ ਮੈਂ ਕਿੱਦਾਂ ਚੱਲਣਾ ਅੱਗੇ। ਠੀਕ ਹੈ, for all losses. In other words, accounts follow the policy of playing safe. ਕਹਿੰਦਾ ਕਿ ਅਕਾਊਂਟਸ ਦੇ ਵਿੱਚ ਆਪਾਂ ਹਮੇਸ਼ਾ ਸੇਫ ਚੱਲਦੇ ਹਾਂ। ਸੇਫ ਦਾ ਮਤਲਬ ਇਹ ਹੁੰਦਾ ਹੈ ਕਿ ਆਪਣੇ ਆਪ ਨੂੰ ਹਮੇਸ਼ਾ ਬਚਾ ਕੇ ਰੱਖਦੇ ਹਾਂ। ਇਫ market price of stock is more than the cost, the stock is recorded at cost and the unrealized profit from the increase is ignored. ਕਹਿੰਦਾ ਵਾ ਕਿ ਦੇਖੋ, if market price of stock is more than the cost, ਕਹਿੰਦਾ ਕਿ ਮਾਰਕੀਟ ਪ੍ਰਾਈਸ 'ਚ ਤੁਸੀਂ ਸਟਾਕ ਕੋਸਟ 10 ਰੁਪਏ 'ਚ ਕੋਈ ਕੋਸਟ ਸੀ, ਦੇਖੋ ਬੱਚੇ, ਇਜ਼ ਮੋਰ ਦੈਨ ਦ ਕੋਸਟ। ਬੱਚੇ ਕੋਈ ਪ੍ਰੋਡਕਟ ਬਣਾਉਣ ਨੂੰ ਤੁਹਾਨੂੰ 10 ਰੁਪਏ ਲੱਗੇ, ਕੋਸਟ ਉਹਦੀ ਕਿੰਨੀ ਲੱਗੀ, 10 ਰੁਪਏ, ਬਟ ਮਾਰਕੀਟ ਦੇ ਵਿੱਚ ਉਹ ਕਿੰਨੇ 'ਚ ਵਿਕਣਦੇ ਆ, 15 ਰੁਪਏ 'ਚ। ਠੀਕ ਹੈ ਜੀ, ਫਿਰ ਤੁਸੀਂ ਉਹਨੂੰ ਕਿਹੜੀ ਚੀਜ਼ 'ਤੇ ਰਿਕਾਰਡ ਕਰੋਗੇ, ਕੋਸਟ ਉੱਤੇ। ਗੱਲ ਸਮਝ ਆ ਗਈ? ਅਕਾਊਂਟਸ ਦੇ ਵਿੱਚ ਕਿਹੜੀ ਚੀਜ਼ 'ਤੇ ਰਿਕਾਰਡ ਕਰੋਗੇ, ਕੋਸਟ ਉੱਤੇ। ਕਿਉਂਕਿ ਜਿਹੜਾ 5 ਰੁਪਏ ਹੁੰਦੇ ਆ ਉਹ ਤੁਹਾਨੂੰ ਕੀ ਆ, 10 ਰੁਪਏ ਦੀ ਕੋਸਟ ਹੀ 15 ਰੁਪਏ ਦਾ ਤੁਸੀਂ ਮਾਰਕੀਟ ਪ੍ਰਾਈਸ 'ਚ ਵੇਚਣ ਦੇ, 5 ਰੁਪਏ ਕੀ ਆ, ਪ੍ਰੋਫਿਟ ਆ। ਠੀਕ ਹੈ, ਬਿਜ਼ਨਸ ਸੇਫ ਖੇਡਣ ਦਿਆ ਕਿ 5 ਰੁਪਏ ਨੂੰ ਬਚਣ ਦੇ ਆ। ਠੀਕ ਹੈ, ਗੱਲ ਸਮਝ ਆਉਂਦੀ ਹੈ? ਬਟ ਦੇਖੋ,
ਕਹਿੰਦਾ ਵਾ ਕਿ ਬਟ ਇਫ ਦ ਮਾਰਕੀਟ ਪ੍ਰਾਈਸ ਆਫ ਸਟਾਕ ਇਜ਼ ਲੋਅਰ ਦੈਨ ਦ ਕੋਸਟ, ਕਹਿੰਦਾ ਕਿ ਮਾਰਕੀਟ ਪ੍ਰਾਈਸ ਘੱਟ 10 ਰੁਪਏ ਦੀ ਉਹਦੀ ਕੋਸਟ ਆ ਬਣਨ 'ਚ, ਬਟ ਮਾਰਕੀਟ ਪ੍ਰਾਈਸ ਉਹਦੀ ਕਿੰਨੀ ਹੋਊਗੀ 8 ਤੇ ਇਟ ਇਜ਼ ਰਿਕਾਰਡਡ ਐਟ ਮਾਰਕੀਟ ਪ੍ਰਾਈਸ। ਫਿਰ ਉਹਨੂੰ ਕਿਹੜੀ ਚੀਜ਼ 'ਤੇ ਰਿਕਾਰਡ ਕਰਾਂਗੇ, ਉਹਨੂੰ ਫਿਰ ਕਿਹੜੀ ਚੀਜ਼ 'ਤੇ ਰਿਕਾਰਡ ਕਰਾਂਗੇ, ਮਾਰਕੀਟ ਪ੍ਰਾਈਸ 'ਤੇ। ਠੀਕ ਹੈ, ਜਿਹੜੀ ਚੀਜ਼ ਘੱਟ ਹੋਊਗੀ, ਜੇ ਮਾਰਕੀਟ ਪ੍ਰਾਈਸ ਘੱਟ ਆ ਤਾਂ ਫਿਰ ਮਾਰਕੀਟ ਪ੍ਰਾਈਸ 'ਤੇ ਰਿਕਾਰਡ ਕਰਾਂਗੇ, ਜੇ ਕੋਸਟ ਪ੍ਰਾਈਸ ਘੱਟ ਆ ਤਾਂ ਕੋਸਟ ਪ੍ਰਾਈਸ 'ਤੇ ਕਰਾਂਗੇ। ਸਮਝ ਆ ਗਈ। ਹੁਣ ਇਹਦੇ ਵਿੱਚ ਵੇਖੋ, ਇਹਦੇ ਵਿੱਚ ਜਿਹੜੀ ਚੀਜ਼ ਘੱਟ ਆ ਉੱਤੇ ਰਿਕਾਰਡ ਕਰਨਾ, ਸੇਫ ਖੇਡਣ ਦਿਆ ਬਿਜ਼ਨਸ ਕਿੱਦਾਂ, ਦੇਖੋ ਬੱਚੇ ਇਹਦੇ ਵਿੱਚ ਕੋਸਟ 10 ਲੱਗੀ ਸੀ ਬਟ ਮਾਰਕੀਟ ਪ੍ਰਾਈਸ ਕਿੰਨਾ ਸੀ 15, ਸੋ ਕਿੰਨੇ 'ਤੇ ਰਿਕਾਰਡ ਕਰਨ ਦਿਆ 10 'ਤੇ। ਬਟ ਇਹਦੇ ਵਿੱਚ ਵੇਖੋ ਮਾਰਕੀਟ ਪ੍ਰਾਈਸ ਘੱਟ ਗਈ ਆ ਬਟ ਕੋਸਟ ਕੀ ਆ ਵੱਧ ਗਈ ਆ, ਅਤੇ ਕਿਤੇ ਰਿਕਾਰਡ ਕਰਨ ਦਿਆ, ਫਿਰ ਵੀ ਉਹ ਕਿਤੇ ਕਹਿੰਦਾ ਜਿਹੜੀ ਘੱਟ ਗਈ ਆ ਮਾਰਕੀਟ ਪ੍ਰਾਈਸ, ਸੋ ਕਿਉਂ ਰਿਕਾਰਡ ਕਰਦਾ, ਬਿਕੋਜ਼ ਵੀ ਸ਼ੁੱਡ ਮੇਕ ਸਫੀਸ਼ੀਐਂਟ ਪ੍ਰੋਵੀਜ਼ਨਸ ਫॉर ਅਨਫੋਰਸੀਨ ਲੌਸਿਸ। ਠੀਕ ਆ, ਕਹਿੰਦਾ ਕਿ ਉਹਨੇ ਪ੍ਰੋਵੀਜ਼ਨਸ ਬਣਾਉਣੀਆਂ ਹੁੰਦੀਆਂ। ਪ੍ਰੋਵੀਜ਼ਨਸ ਦਾ ਮਤਲਬ ਇਹ ਆ ਕਿ 10 ਰੁਪਏ ਕੋਸਟ ਲੱਗੀ ਬਟ ਮਾਰਕੀਟ ਪ੍ਰਾਈਸ ਉਹਦੀ ਕਿੰਨੀ 8 ਰੁਪਏ। ਠੀਕ ਆ, ਫਿਰ ਵੀ ਉਹਨੇ ਮਾਰਕੀਟ ਪ੍ਰਾਈਸ 'ਤੇ ਕਿੰਨਾ ਰਿਕਾਰਡ ਕੀਤਾ ਵਾ 8 ਰੁਪਏ। ਕਹਿੰਦਾ ਕਿ ਤਾਂ ਕਰਕੇ ਉਹਨੇ ਘੱਟ 'ਤੇ ਰਿਕਾਰਡ ਕਰਨ ਦਿਆ ਵਾ। ਕਿਉਂ ਘੱਟ 'ਤੇ ਰਿਕਾਰਡ ਕਰਨ ਦਿਆ ਵਾ, ਹੁਣ ਬੱਚੇ ਦੇਖੋ ਘੱਟ 'ਤੇ ਰਿਕਾਰਡ ਤਾਂ ਕਰਕੇ ਕਹਿੰਦਾ ਕਿ ਜਿਹੜਾ ਪੈਸਾ ਬਚਿਆ ਉਹ ਇੱਕ ਪਾਸੇ ਰੱਖ ਸਕੇ, ਤਾਂ ਜੋ ਉਹ ਜਦੋਂ ਕੰਪਨੀ ਨੂੰ ਲੋਸ ਹੋਵੇ ਤਾਂ ਉਹ ਪੈਸਾ ਵਰਤ ਸਕੇ। ਠੀਕ ਹੈ, ਕੀ ਵਰਤ ਸਕੇ, ਉਹ ਪੈਸਾ ਵਰਤ ਸਕੇ। ਠੀਕ ਹੈ, ਸੋ ਦ ਸਟਾਕ ਇਜ਼ ਰਿਕਾਰਡਡ ਐਟ ਕਾਸਟ ਔਰ ਮਾਰਕੀਟ ਪ੍ਰਾਈਸ ਵਿਚ ਐਵਰ ਇਜ਼ ਲੋਅਰ ਪੇ। ਉਹੀ ਗੱਲ ਹੋ ਗਈ ਨਾ, ਕਹਿੰਦਾ ਜਿਹੜਾ ਪ੍ਰਾਈਸ ਘੱਟ ਹੋਊਗਾ ਉਹੀ ਆਪਾਂ ਰਿਕਾਰਡ ਕਰਨਾ, ਵੱਧ ਵਾਲਾ ਪ੍ਰਾਈਸ ਰਿਕਾਰਡ ਨਹੀਂ ਕਰਨਾ। ਠੀਕ ਹੈ, ਅਦਰ ਐਗਜ਼ਾਮਪਲਸ ਆਫ ਕੰਜ਼ਰਵੇਟਿਵਸ ਆਰ ਮੇਨਟੇਨਿੰਗ ਪ੍ਰੋਵੀਜ਼ਨ ਫॉर ਡਾਊਟਫੁਲ ਡੈਬਟਸ। ਆ ਕਰਨ ਦੀ ਕੋਈ ਲੋੜ ਨਹੀਂ ਕਿ ਬੱਚੇ ਇੱਥੋਂ ਤੱਕ ਕਰਨਾ। ਸੋ ਦੈਟਸ ਆਲ ਫॉर ਟੂਡੇ। ਥੈਂਕ ਯੂ ਸਟੂਡੈਂਟਸ।